ये कान खोल के सुन ले, बद मजहब का क्लिप गैर आलिम को सुनना हराम हराम हराम, और अगर दूसरे को भेजा उसने और वो भी गैर आलिम है सामने वाला, तो उसको भेजना भी हराम हराम हराम। ये बहुत भेजते हैं। ये बेचारे इतना नहीं सोचते कि ये एक क्लिप, चलो मुझे कहीं से फिरता फिराता घुस गया मेरे फोन में, अब मेरा काम क्या है कि मैं अगर इसका सड़ा हुआ चेहरा देखूं तो उसको वहीं दफा कर दूं कि भाग, जैसे तू कहां फोन में घुस गया, यूं करे न कि इसको सुने क्या कहता है, ये क्या कहता है, वो क्या कहता है। इसमें तो मतलब गुमराह होते देर नहीं लगेगी, और गुमराह नहीं भी मैं तब भी सुनना हराम है। ये क्यों सुना, कान बेरे होने चाहिए। ये जहां जहां सुन रहे हैं, अब तक अगर ऐसा धंधा किया ना, आपने किसी बदमजहब का क्लिप सुना है और फॉरवर्ड किया है, इससे तौबा करें, सच्ची तौबा करें। जिन जिनको भेजा उनको अपनी तौबा पर मुत्तला करना होगा, और उनसे भी तौबा का मुतालबा करें। तौबा वाजिब होगी इन पर, बिल्कुल वाजिब है तौबा। तो बदमजहबियत तो गुमराहियत यूं तो फैलती है इन नादान दोस्तों की वजह से, तो बिल्कुल ये इससे तौबा करनी है। हाँ जी, लो जी हुण बंदे लभ लो, जिन्होंने क्लिप भेजे जे ने उन्होंने को माजरत करो, तो नाल दसो विच साहब ये हराम हो गए ने, नवा फतवा चढ़िया साडे ते। अल्लाह बाकी है हिदायत देने वाला, अल्लाह ताला दी जात हर एक ते मुसलमान कलमा पढ़ने वाले ते अपनी रहमत करे, फजल करे। ईमानदार दी गल है, जी नहीं छड्डन लगे हैं सानू। भरावा गल सही है, ਜਿਹੜੇ ਲੋਕ ਦੂਸਰਿਆਂ ਦੀਆਂ ਗੱਲਾਂ ਸੁਣਨ ਤੇ ਬੰਦਿਆਂ ਦੇ ਨਿਕਾਹ ਤਲਵਾ ਸਕਦੇ ਨੇ, ਤੇ ਕਲਿੱਪ ਦੇਖਣ ਤੇ ਬੰਦੇ ਨੂੰ ਗੁਨਾਹਗਾਰ ਨਹੀਂ ਕਰ ਸਕਦੇ, ਹਰਾਮ ਨਹੀਂ ਕਰਾਰ ਕੇ ਦੇ ਸਕਦੇ। ਸਮਝ ਆਈ? ਇਹ ਤੇ ਆਂਦੇ ਨੇ ਵੀ ਜੇ ਦੂਸਰੇ ਬੰਦੇ ਦੀ ਗੱਲ ਸੁਣੇ, ਜੇ ਕਿਸੇ ਦੀ ਤਕਰੀਰ ਸੁਣ ਲਈ ਹੈ ਜਾਂ ਕਿਸੇ ਮਜਲਿਸ ਵਿੱਚ, ਤੇ ਤੇਰਾ ਨਿਕਾਹ ਹੀ ਟੁੱਟ ਗਿਆ। ਤੇ ਇਹ ਵੀ ਇਹਨਾਂ ਦਾ ਕਸੂਰ ਨਹੀਂ ਹੈ, ਕੋਈ ਸਾਡੇ ਕੋਲੋਂ ਗਲਤੀ ਹੋਈ ਹੈ, ਇਮਾਨਦਾਰ ਦੀ ਗੱਲ ਹੈ। ਕੋਈ ਐਸੀ ਗਲਤੀ ਜਿਹੜੀ ਅੱਲਾਹ ਤਾਲਾ ਦੀ ਜ਼ਾਤ ਨੇ ਇਹੋ ਜਿਹੇ ਆਲਮ ਸਾਡੇ ਤੇ ਮੁਸੱਲਤ ਕਰਦੇ ਨੇ, ਮਗਰੋਂ ਲੈਂਦੇ ਵੀ ਨਹੀਂ ਹੈ। इंशाअल्लाह ਅਸੀਂ ਆਪਣੇ ਆਪ ਨੂੰ ਠੀਕ ਕਰਾਂਗੇ ਤਾਂ ਅੱਲਾਹ ਤਾਲਾ ਜ਼ਾਤ ਇਹਨਾਂ ਤੋਂ ਵੀ ਦੂਰ ਰੱਖੇਗੀ ਸਾਨੂੰ इंशाअल्लाह। ਤੇ ਜਿਹਨੇ ਇਹ ਸੁਣ ਕੇ ਕਲਿੱਪ ਸੁਣ ਕੇ ਮਤਲਬ ਉਹ ਇੱਕ ਸਵਾਲ ਕਰਨ ਵਾਲਾ ਕਰਦਾ ਵੀ ਹੈ ਜੀ ਤੋਬਾ ਵਾਜਬ ਹੋ ਗਈ, ਉਹਨਾਂ ਆਖਿਆ ਜੀ ਬਿਲਕੁਲ ਵਾਜਬ ਹੋ ਗਈ, ਦੂਸਰੇ ਬੰਦੇ ਦੀ ਗੱਲ ਨਹੀਂ ਸੁਣਨੀ। ਮੈਂ ਕਹਿੰਦਾ ਅਗਰ ਕੋਈ ਥੋੜ੍ਹਾ ਜਿਹਾ ਬੰਦਾ ਸੋਚੇ ਜਾਂ ਕੋਈ ਥੋੜ੍ਹਾ ਜਿਹਾ ਗੌਰ ਕਰੇ ਨਾ, ਬਾਕੀ ਗੱਲਾਂ ਛੱਡ ਕੇ ਸਿਰਫ ਸੁਲੇਮਾਨ ਫਾਰਸੀ ਦੀ ਜ਼ਿੰਦਗੀ ਪੜ੍ਹ ਲੈਣ, ਤੁਹਾਨੂੰ ਪਤਾ ਲੱਗਿਆ ਤਾਂ ਵੀ ਕਿੰਨੀਆਂ ਕਿੰਨੀਆਂ ਗੱਲਾਂ ਨਾਲ ਸੁਣੀਆਂ ਸਨ, ਤੇ ਕਿੱਥੋਂ ਟੁਰੇ ਸਨ ਹੱਕ ਦੀ ਖਾਤਰ, ਤੇ ਕਿੱਥੇ ਜਾ ਕੇ ਬ੍ਰੇਕ ਲੱਗੀ, ਤੇ ਕਿਹੜੇ ਕਿਹੜੇ ਹਾਲ ਨਾਲ ਟੁਰੇ ਸਨ। ਸਮਝ ਆਈ? ਕੋਈ ਸਮਝ ਨਹੀਂ ਆਉਂਦੀ ਯਾਰ। ਅੱਲਾ ਦੀ ਕਸਮ ਗੱਲ ਕਰਦੇ ਆ ਵੀ, ਹੋਰ ਅਫਸੋਸ ਇਸ ਗੱਲ ਦਾ ਨਹੀਂ ਕਿ ਚਲੋ ਕਰਨ ਵਾਲਾ ਤੇ ਕਰਦਾ ਹੀ ਹੈ ਪਿਆ, ਲੱਖਾਂ ਦੇ ਹਿਸਾਬ ਤੇ ਦੁਨੀਆ ਅੱਗੇ ਬੈਠੀ ਹੁੰਦੀ ਹੈ, ਸੁਣਨ ਵਾਲਿਆਂ ਦੀ ਵੀ ਹਾਫ ਰੇਟ ਹੈ। ਇਹਦਾ ਬਸ ਇਸੇ ਗੱਲੇ ਕਹਿੰਦੇ ਨੇ ਹਦਾਇਤ ਅੱਲਾਹ ਤਾਲਾ ਦੀ ਜ਼ਾਤ ਕੋਲੇ, ਬੰਦੇ ਕੋਲੇ ਨਹੀਂ ਹੈ। ਭਾਵੇਂ ਲੱਖ ਤੁਸੀਂ ਸਿਰ ਤੇ ਠੀਕ ਭਾਲ ਲਓ ਆਪਣੇ ਤੇ, ਨਹੀਂ ਸਮਝ ਸਕਦੀ ਦੁਨੀਆ ਉਹਨਾਂ ਤੱਕ ਜਿੰਨਾ ਤੱਕ ਅੱਲਾਹ ਤਾਲਾ ਦੀ ਤਰਫੋਂ ਹਦਾਇਤ ਨਹੀਂ ਆਉਂਦੀ। ਇਹਨਾਂ ਦੇ ਹੱਕ 'ਚ ਦੁਆ ਕਰੋ ਕਿ ਅੱਲਾਹ ਤਾਲਾ ਦੀ ਜ਼ਾਤ ਹਦਾਇਤ ਦੇਵੇ, ਉਹ ਸਿੱਧਾ ਔਰ ਸਹੀ ਰਾਸਤਾ ਦਿਖਾਏ ਇਹਨਾਂ ਨੂੰ। ਅੱਲਾਹ ਜਾਣਦਾ, ਯਕੀਨ ਕਰੋ ਭਰਾਓ ਕਿ ਗੱਲ ਮੂੰਹ 'ਤੇ ਆਈਏ ਨਹੀਂ ਰੋਕ ਸਕਦਾ ਮੈਂ। ਅਗਰ ਇਸ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਿਆਦਾ ਅਗਰ ਨਫ਼ਰਤ ਹੋਈ ਹੈ ਨਾ ਸ਼ੀਆਂ ਤੋਂ ਬਾਅਦ ਜਿਹੜੀ ਹੋਈ ਹੈ, ਤੇ ਇਸ ਆਲਮ ਦੀਆਂ ਕਰਤੂਤਾਂ ਤੋਂ ਹੋਈ, ਇਸ ਆਲਮ ਤੋਂ ਨਹੀਂ ਹੋਈ, ਇਹਦੀਆਂ ਕੰਮਾਂ ਤੋਂ ਹੋਈ। ਕਦੇ ਇੰਨੀ ਨਫ਼ਰਤ ਨਹੀਂ ਕਿਸੇ ਤੋਂ ਹੋਈ ਹੈ। ਲੇਕਿਨ ਚਲੋ ਅੱਲਾਹ ਪਾਕ ਮਿਹਰਬਾਨੀ ਕਰੇਗਾ इंशाअल्लाह। ਸ਼ਾਇਦ ਉਹਦਾ ਵਾ ਆਖਰੀ ਵਕਤ ਤੇ ਕਰੇ ਅੱਲਾਹ ਤਾਲਾ ਦੀ ਜ਼ਾਤ ਘੁਮਾ ਦੇ, ਕੋਈ ਕਿਹਾ ਨਹੀਂ ਜਾ ਸਕਦਾ, ਕਿਉਂਕਿ ਉਹ ਬੜਾ ਗਫੂਰ ਰਹੀਮ, ਉਹਦੀਆਂ ਸਾਰੀਆਂ ਬਾਦਸ਼ਾਹੀਆਂ।